जी आए ਨੂੰ ਪਿਆਰੇ ਵਿਦਿਆਰਥੀਓ 7th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 11 ਪੈਰੀਮੀਟਰ ਐਂਡ ਏਰੀਆ ਉਸ ਦੀ ਐਕਸਰਸਾਈਜ਼ 11.3 ਦੇ ਅਗਲੇ ਤਿੰਨ ਕੁਐਸਚਨਸ 9 10 ਐਂਡ 11 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ, ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਪੂਰੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਤੁਸੀਂ ਜ਼ਰੂਰ ਕਰਨਾ ਹੈ। ਸੋ ਆਓ ਸ਼ੁਰੂ ਕਰੀਏ। ਸੋ ਕੁਐਸਚਨ ਨੰਬਰ 9 ਕਹਿੰਦੇ ਸਮੀਪ ਮੁੰਡੇ ਦਾ ਨਾਮ ਹੈ took a wire of length 88 सेंटीमीटर अर्थात समीप ने 88 सेंटीमीटर लंबी एक तार ली, ठीक है, एंड बेंट इट इनटू द शेप ऑफ अ सर्कल ਅਤੇ ਉਸ ਤਾਰ ਨੂੰ ਮੋੜ ਕੇ ਉਹਨੇ ਇੱਕ ਸਰਕਲ ਬਣਾਤਾ, ਇੱਕ ਚੱਕਰ ਦੀ ਆਕਾਰ ਦੇ ਦਿੱਤਾ, ਠੀਕ ਹੈ। ਫਾਈਂਡ ਦੀ ਰੇਡੀਅਸ ਐਂਡ ਏਰੀਆ ਆਫ ਦੀ ਸਰਕਲ, ਕਹਿੰਦੇ ਜਿਹੜਾ ਉਹਨੇ ਸਰਕਲ ਬਣਾਇਆ ਸਮੀਪ ਨੇ ਤਾਰ ਨੂੰ ਮੋੜ ਕੇ, ਉਸ ਸਰਕਲ ਦਾ ਰੇਡੀਅਸ ਅਤੇ ਏਰੀਆ ਪਤਾ ਕਰੋ, ਠੀਕ ਹੈ। ਫਿਰ ਕਹਿੰਦੇ ਇਫ ਦੀ ਸੇਮ ਵਾਇਰ ਇਜ਼ ਬੈਂਟ ਇਨਟੂ ਅ ਸਕੁਅਰ, ਤੇ ਕਹਿੰਦੇ ਜੇ ਉਹੀ ਤਾਰ ਨੂੰ ਮੋੜ ਕੇ ਹੁਣ ਵਰਗ ਬਣਾ ਦਿੱਤਾ ਜਾਵੇ, ਸਕੁਅਰ ਬਣਾ ਦਿੱਤਾ ਜਾਵੇ, ਵਟ ਵਿਲ ਬੀ ਦੀ ਸਾਈਡ ਆਫ ਦੀ ਸਕੁਅਰ, ਤੇ ਉਹ ਜਿਹੜਾ ਸਕੁਅਰ ਬਣੇਗਾ ਉਹਦੀ ਜਿਹੜੀ ਸਾਈਡ ਹੈ ਉਹਦਾ ਕੀ ਸਾਈਜ਼ ਹੋਏਗਾ, ਉਹਦੀ ਕਿੰਨੀ ਲੰਬਾਈ ਹੋਏਗੀ। ਤੁਹਾਨੂੰ ਬੱਚੋ ਚੇਤਾ ਹੋਏਗਾ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਕਿ ਸਕੁਅਰ ਦੇ ਵਿੱਚ ਚਾਰੋਂ ਸਾਈਡਾਂ ਬਰਾਬਰ ਹੁੰਦੀਆਂ ਨੇ, ਠੀਕ ਹੈ। ਫਿਰ ਕਹਿੰਦੇ ਵਿਚ ਫਿਗਰ ਇਨਕਲੋਜ਼ਿਜ਼ ਮੋਰ ਏਰੀਆ। ਹੁਣ ਬੱਚੋ ਇੱਕੋ ਤਾਰ ਸੀ, ਦੇਖੋ 88 ਸੈਂਟੀਮੀਟਰ ਦੀ, ਪਹਿਲੇ ਉਹਨੇ ਸਰਕਲ ਬਣਾਇਆ ਤੇ ਫਿਰ ਉਹਨੇ ਸਕੁਅਰ ਬਣਾਇਆ, ਠੀਕ ਹੈ ਨਾ। ਸੋ ਪਹਿਲੇ ਵਿੱਚ ਅਸੀਂ ਸਰਕਲ ਦਾ ਏਰੀਆ ਤੇ ਰੇਡੀਅਸ ਪਤਾ ਕਰਨਾ ਹੈ, ਦੂਜੇ ਸਕੁਅਰ ਦੀ ਸਾਈਡ ਪਤਾ ਕਰਨੀ ਹੈ ਤੇ ਏਰੀਆ ਵੀ ਪਤਾ ਕਰਨਾ ਹੈ। ਤੇ ਕਹਿੰਦੇ ਵਿਚ ਫਿਗਰ ਇਨਕਲੋਜ਼ਿਜ਼ ਮੋਰ ਏਰੀਆ, ਤੇ ਕਹਿੰਦੇ ਦੋਨਾਂ ਵਿੱਚੋਂ, ਸਰਕਲ ਵਿੱਚੋਂ ਤੇ ਸਕੁਅਰ ਵਿੱਚੋਂ ਜ਼ਿਆਦਾ ਖੇਤਰਫਲ ਕਿਹਦਾ ਹੋਏਗਾ, ਜ਼ਿਆਦਾ ਏਰੀਆ ਕਿਹਦਾ ਹੋਏਗਾ। ਹਾਲਾਂਕਿ ਤਾਰ ਇੱਕੋ ਹੀ ਲੰਬਾਈ ਦੀ ਹੈ। ਸੋ ਬੜੀ ਹੀ ਹੈ, ਬੜਾ ਰੋਚਕ ਸਵਾਲ ਹੈ, ਠੀਕ ਹੈ। ਸੋ ਇਸ ਤਰ੍ਹਾਂ ਸ਼ੁਰੂ ਕਰਦੇ ਹਾਂ। ਗਿਵਨ ਦਿੱਤਾ ਹੋਇਆ ਹੈ ਲੈਂਥ ਆਫ ਦੀ ਵਾਇਰ ਇਜ਼ ਟੂ 88 ਸੈਂਟੀਮੀਟਰ, ਬਸ ਇਹੀ ਦਿੱਤਾ, ਹੋਰ ਕੁਝ ਨਹੀਂ ਦਿੱਤਾ ਸਾਨੂੰ, ਠੀਕ ਹੈ। ਐਜ਼ ਦੀ ਵਾਇਰ ਇਜ਼ ਬੈਟ ਇਨਟੂ ਸਰਕਲ ਇਟਸ ਸਰਕਮਫਰੈਂਸ ਇਜ਼ ਇਕੁਅਲ ਟੂ 88 ਸੈਂਟੀਮੀਟਰ, ਬਸ ਸਿੱਧੀ ਜੀ ਗੱਲ ਹੈ। ਕਹਿੰਦੇ ਕਿਉਂਕਿ ਉਹ ਤਾਰ ਜਿਹੜੀ ਹੈ ਪੂਰੀ ਦੀ ਪੂਰੀ ਸਰਕਲ ਦੇ ਵਿੱਚ ਬਣਾ ਦਿੱਤੀ ਗਈ ਹੈ ਤੇ ਉਹਦਾ ਪਰਿਮਾਪ, ਉਹਦਾ ਘੇਰਾ ਕਿੰਨਾ ਹੋ ਗਿਆ, ਜਿੰਨੀ ਲੰਬੀ ਤਾਰ ਹੈ ਉਨਾ ਹੀ ਲੰਬਾ ਉਹਦਾ ਸਰਕਮਫਰੈਂਸ ਹੋਏਗਾ ਸਰਕਲ ਦਾ, ਸਿੱਧੀ ਜੀ ਗੱਲ ਹੈ। ਕਿਉਂਕਿ ਤਾਰ ਤੇ 88 ਸੈਂਟੀਮੀਟਰ ਦੀ ਹੈ ਤੇ ਜੇ ਪੂਰੀ ਤਾਰ ਨੂੰ ਇਦਾਂ ਉਹਨੇ ਮੋੜ ਕੇ ਸਰਕਲ ਬਣਾਤਾ, ਇਹਦਾ ਮਤਲਬ ਕੀ ਹੋਇਆ ਕਿ ਉਸ ਸਰਕਲ ਦਾ ਸਰਕਮਫਰੈਂਸ ਹੋ ਗਿਆ 88 ਸੈਂਟੀਮੀਟਰ। ਪਰ ਅਸੀਂ ਪਤਾ ਲਗਾਉਣਾ ਹੈ ਸਰਕਲ ਦਾ ਏਰੀਆ ਅਤੇ ਰੇਡੀਅਸ। ਹੁਣ ਸਾਨੂੰ ਪਤਾ ਹੈ ਫਾਰਮੂਲਾ ਬੱਚੋ, ਨਾਓ ਸਰਕਮਫਰੈਂਸ ਇਜ਼ ਇਕੁਅਲ ਟੂ 2πr, ਸਾਨੂੰ ਪਤਾ ਹੈ। ਤੇ ਸਰਕਮਫਰੈਂਸ ਕਿੰਨਾ 88 ਸੈਂਟੀਮੀਟਰ। ਸੋ ਸਰਕਮਫਰੈਂਸ ਦੀ ਜਗ੍ਹਾ ਮੈਂ ਲਿਖ ਦਿੱਤਾ 88, ਬਰਾਬਰ ਦੀ ਜਗ੍ਹਾ ਬਰਾਬਰ ਲਿਖਤਾ, 2 ਦੀ ਜਗ੍ਹਾ 2 ਲਿਖਤਾ, ਪਾਈ 22/7 ਲਿਖਤਾ ਤੇ r ਮੈਂ ਪਤਾ ਲਗਾਉਣਾ ਹੈ, ਸੋ ਮੈਂ r ਲਿਖ ਦਿੱਤਾ। ਔਰ 7 ਥੱਲੇ ਹੈਗਾ 7, ਸੋ ਇਟ ਗੋਜ਼ ਟੂ ਲੈਫਟ ਹੈਂਡ ਸਾਈਡ, ਇਹਨੂੰ ਮਲਟੀਪਲਾਈ ਕਰ ਦੇਗਾ 88 into 7 ਤੇ 2 ਗੁਣਾ 22 ਕਿੰਨਾ ਹੁੰਦਾ, 2 ਦੂਣੀ 4, 2 ਦੂਣੀ 44 ਹੋ ਗਿਆ ਇੰਟੂ r। ਸੋ ਇਹ ਮੇਰੀ ਸਿੰਪਲੀਫਾਈ ਹੋ ਗਈ ਇਕੁਏਸ਼ਨ, ਮੈਂ 7 ਨੂੰ ਸਿਰਫ ਇੱਥੇ ਲੈ ਗਿਆ। 88 into 7 is equal to 22 ਨੂੰ 2 ਨਾਲ ਗੁਣਾ ਕਰਤਾ, 44 into r। ਸੋ ਇਹਦਾ r ਕਿਹਦੇ ਬਰਾਬਰ ਹੋਇਆ, r ਇਹਦਾ ਮਤਲਬ ਇਹ ਹੋਇਆ ਕਿ ਜੇ 44 ਨੂੰ ਥੱਲੇ ਲੈ ਆਵਾਂਗਾ ਇਹਦੇ ਥੱਲੇ ਤੇ r ਦੇ ਬਰਾਬਰ ਹੋ ਜਾਏਗਾ। ਸੋ r is equal to 88 into 7 ਬਟਾ 44। ਹੁਣ 44 ਏਕਮ 44 ਤੇ 44 ਦੂਣਾ 88, 2 ਚੌਕ 8, 2 ਚੌਕ 8, ਇਹ 88 44 ਨਾਲ ਕੱਟਦਾ, ਸਿੱਧਾ 2 ਆ ਜਾਏਗਾ ਇੱਥੇ। ਸੋ 2 into 7 is equal to 14 ਸੈਂਟੀਮੀਟਰ। ਇਹ ਆ ਗਿਆ ਮੇਰਾ ਪਹਿਲਾ ਆਂਸਰ ਕਿ ਉਸ ਸਰਕਲ ਦਾ ਰੇਡੀਅਸ ਹੋਏਗਾ 14 ਸੈਂਟੀਮੀਟਰ। ਅੱਗੇ ਚਲੀਏ, ਹੁਣ ਏਰੀਆ ਕੱਢਣਾ ਹੈ। ਨਾਓ ਏਰੀਆ ਆਫ ਸਰਕਲ ਇਜ਼ ਇਕੁਅਲ ਟੂ πr ਸਕੁਅਰ, ਰੇਡੀਅਸ ਮੈਨੂੰ ਪਤਾ ਲੱਗ ਗਿਆ 14, ਸੋ ਇਜ਼ ਇਕੁਅਲ ਟੂ 22/7 ਗੁਣਾ 14 ਗੁਣਾ 14, ਕਿਉਂਕਿ r ਸਕੁਅਰ ਹੈਗਾ ਨਾ, ਸੋ 14 ਨੂੰ 2 ਵਾਰ ਗੁਣਾ ਕਰਨਾ ਹੈ, ਸੋ 7 ਦੂਣੀ 14, ਠੀਕ ਹੈ। ਸੋ ਇਹ ਕੀ ਹੋ ਗਿਆ 22 ਗੁਣਾ, ਜਿਲੇ ਮੈਂ 7 ਦੂਣੀ 14 ਕੀਤਾ ਤੇ 2 ਚੌਕ 14 ਗੁਣਾ 2 28 ਹੋ ਗਿਆ ਤੇ 22 ਗੁਣਾ 28, ਇਹ ਪਤਾ ਲੱਗਿਆ ਨਾ ਬੱਚੋ 28 ਕਿੱਦਾਂ ਆਇਆ, 7 ਏਕਮ 7, 7 ਦੂਣੀ 14 ਤੇ 2 ਗੁਣਾ 14 28, ਸੋ 22 ਗੁਣਾ 28, 22 ਗੁਣਾ 28 ਨੂੰ ਜਿਹੜੇ ਗੁਣਾ ਕੀਤਾ 616 ਸੈਂਟੀਮੀਟਰ ਸਕੁਅਰ, ਇਹ ਆ ਗਿਆ ਬੱਚੋ ਉਸ ਸਰਕਲ ਦਾ ਏਰੀਆ, ਠੀਕ ਹੈ। ਹੁਣ ਇਹ ਮੇਰਾ ਸਵਾਲ ਦਾ ਪਹਿਲਾ ਪਾਰਟ ਪੂਰਾ ਹੋ ਗਿਆ ਕਿ ਸਰਕਲ ਦਾ ਰੇਡੀਅਸ ਅਤੇ ਏਰੀਆ ਪਤਾ ਕਰੋ। रेडियस में पता लगा लिया 14 सेंटीमीटर, एरिया पता लगा लिया 616 सेंटीमीटर स्क्वायर। क्योंकि मैं इस एरिया ਨੂੰ स्क्वायर ਦੇ ਏਰੀਆ ਨਾਲ ਕੰਪੇਅਰ ਕਰਨਾ, ਮੈਨੂੰ ਨੰਬਰ ਦੇ ਦਿੱਤਾ 1 ਨਿਸ਼ਾਨੀ ਵਾਸਤੇ, ਠੀਕ ਹੈ। ਫਿਰ ਅਗਲੀ ਗੱਲ ਹੁਣ ਫਿਰ ਆ ਗਈ ਗਿਵਨ
length of the wire is equal to 88 centimeter. As the wire is bent into square, its perimeter is equal to 88 centimeter. ਹੁਣ ਅਸੀਂ ਪੈਰੀਮੀਟਰ ਕਵਾਂਗੇ, ਸਰਕਲ ਦੇ ਪੈਰੀਮੀਟਰ ਨੂੰ ਸਰਕਮਫਰੈਂਸ ਕਰ ਦਿੰਦੇ ਆ, ਉਹਦਾ ਇੱਕ ਵੱਖਰਾ ਨਾਮ ਹੈਗਾ, ਠੀਕ ਹੈ। ਹੁਣ ਉਹੀ ਵਾਇਰ ਲੰਬੀ ਜਿਹੜੀ 88 ਸੈਂਟੀਮੀਟਰ ਹੈ ਉਹਦਾ ਸਕੁਅਰ ਬਣਾਇਆ ਗਿਆ ਤੇ ਉਹਦਾ ਪੈਰੀਮੀਟਰ ਹੈਗਾ 88 ਸੈਂਟੀਮੀਟਰ। ਨਾਓ ਪੈਰੀਮੀਟਰ ਆਫ ਸਕੁਅਰ ਇਜ਼ ਇਕੁਅਲ ਟੂ 4 ਇਨਟੂ ਸਾਈਡ, ਇਹਦਾ ਫਾਰਮੂਲਾ ਵੀ ਇਹ ਹੈਗਾ। ਜਿਹੜਾ ਸਕੁਅਰ ਦਾ ਪੈਰੀਮੀਟਰ ਹੈ ਉਹ ਕੀ ਹੁੰਦਾ 4 ਗੁਣਾ ਸਾਈਡ, ਕਿਉਂਕਿ ਚਾਰੋਂ ਸਾਈਡਾਂ ਬਰਾਬਰ ਹੁੰਦੀਆਂ ਨੇ। ਸੋ ਸਾਈਡਾਂ ਨੂੰ ਜੋੜਨ ਦਾ ਮਤਲਬ ਕਿ 4 ਨੂੰ ਸਾਈਡ ਨੂੰ 4 ਵਾਰ ਜਮ੍ਹਾਂ ਕਰਨ ਦਾ ਮਤਲਬ ਹੈ ਸਾਈਡ ਨੂੰ 4 ਵਾਰ ਗੁਣਾ ਕਰ ਦਿੱਤਾ। ਸੋ ਮੈਂ ਪੈਰੀਮੀਟਰ ਆਫ ਸਕੁਅਰ 88 ਸੈਂਟੀਮੀਟਰ ਲਿਖ ਦਿੱਤਾ, ਇਜ਼ ਇਕੁਅਲ ਟੂ ਦਾ ਇਜ਼ ਇਕੁਅਲ ਟੂ ਲਿਖ ਦਿੱਤਾ, 4 ਦਾ 4 ਲਿਖ ਦਿੱਤਾ, ਸਾਈਡ ਦਾ ਸਾਈਡ ਲਿਖ ਦਿੱਤਾ। ਹੁਣ ਸਾਈਡ ਕੀ ਮਤਲਬ, ਸਾਈਡ ਕਿਹਦੇ ਬਰਾਬਰ ਹੋ ਗਈ 88 ਬਟਾ 4, 4 ਥੱਲੇ ਲੈ ਆਂਦਾ, ਔਰ ਸਾਈਡ ਇਜ਼ ਇਕੁਅਲ ਟੂ 88 ਬਾਈ 4, 4 दूनी 8, 4 दूनी 8 इज इक्वल टू 22 सेंटीमीटर। ਇਹ ਮੇਰੇ ਕੋਲ ਆ ਗਈ ਉਸ ਸਕੁਅਰ ਦੀ ਸਾਈਡ। ਸੋ ਸਕੁਅਰ ਦੀ ਸਾਈਡ ਹੋ ਗਈ 22 ਸੈਂਟੀਮੀਟਰ। ਨਾਓ ਏਰੀਆ ਆਫ ਸਕੁਅਰ ਕਿਹਦੇ ਬਰਾਬਰ ਹੁੰਦਾ ਸਾਈਡ ਗੁਣਾ ਸਾਈਡ, ਸਾਈਡ ਦਾ ਸਕੁਅਰ ਜਾਂ ਸਾਈਡ ਗੁਣਾ ਸਾਈਡ ਕਰ ਦੋ, ਇਜ਼ ਇਕੁਅਲ ਟੂ 22 ਇੰਟੂ 22 ਤੇ ਕਿੰਨਾ ਹੋ ਗਿਆ 484 ਸੈਂਟੀਮੀਟਰ ਸਕੁਅਰ। ਇਹਨੂੰ ਮੈਂ ਦਿੱਤਾ 2 ਨੰਬਰ। ਹੁਣ ਕੰਪੇਅਰਿੰਗ 1 ਐਂਡ 2, ਕੰਪੇਅਰਿੰਗ 1 ਐਂਡ 2, 1 ਕੀ ਹੈਗਾ ਸਰਕਲ ਦਾ ਏਰੀਆ, 2 ਕੀ ਹੈਗਾ ਸਕੁਅਰ ਦਾ ਏਰੀਆ, ਇੱਕੋ ਵਾਇਰ ਤੋਂ ਬਣੇ ਨੇ। ਸਰਕਮਫਰੈਂਸ ਇਸ ਸਰਕਲ ਦਾ 88 ਸੈਂਟੀਮੀਟਰ, ਪੈਰੀਮੀਟਰ ਇਸ ਸਕੁਅਰ ਦਾ 88 ਸੈਂਟੀਮੀਟਰ ਸੇਮ ਹੈਗਾ। ਪਰ ਬੱਚੋ ਦੇਖੋ ਕਿੰਨੀ ਮਜ਼ੇਦਾਰ ਗੱਲ ਹੈ ਕਿ ਇੱਕ ਹੀ ਤਾਰ ਤੋਂ ਜਿਹੜੇ ਤੁਸੀਂ ਸਰਕਲ ਬਣਾਉਂਦੇ ਹੋ ਉਹਦਾ ਏਰੀਆ ਜ਼ਿਆਦਾ ਆਉਂਦਾ ਹੈ, ਤੇ ਉसी ਤਾਰ ਤੋਂ ਜਦੋਂ ਸਕੁਅਰ ਬਣਾਉਂਦੇ ਹੋ ਤੇ ਉਹਦਾ ਏਰੀਆ ਘੱਟ ਆਉਂਦਾ ਹੈ। ਇਹ ਬੜਾ ਹੀ ਮਹੱਤਵਪੂਰਨ ਤੱਥ ਹੈਗਾ, ਤੁਸੀਂ ਯਾਦ ਰੱਖ ਲਓ। ਅੱਗੇ ਜਿਹੜੇ ਤੁਸੀਂ ਵੱਡੀਆਂ ਕਲਾਸਾਂ ਵਿੱਚ ਜਾਓਗੇ ਆਬਜੈਕਟਿਵ ਟਾਈਪ ਦਾ ਕੁਐਸਚਨ ਵੀ ਆ ਸਕਦਾ ਹੈ, ਫॉर ਆ ਗਿਵਨ ਪੈਰੀਮੀਟਰ ਵਿਚ ਫਿਗਰ ਹੈਜ਼ ਗ੍ਰੇਟਰ ਏਰੀਆ, ਸਰਕਲ ਔਰ ਸਕੁਅਰ। ਸੋ ਚੁੱਪ ਕਰਕੇ ਕਹਿਣਾ ਸਰਕਲ ਹੈਜ਼ ਗ੍ਰੇਟਰ ਏਰੀਆ, ਠੀਕ ਹੈ। ਇੱਕੋ ਪੈਰੀਮੀਟਰ ਜੇ ਹੋਵੇ, ਇੱਕੋ ਤਾਰ ਦੀ ਲੰਬਾਈ ਹੋਵੇ ਤੇ ਸਰਕਲ ਹਮੇਸ਼ਾ ਜ਼ਿਆਦਾ ਏਰੀਆ ਘੇਰੇਗਾ ਸਕੁਅਰ ਦੇ ਨਾਲੋਂ। ਸੋ ਕੰਪੇਅਰਿੰਗ 1 ਐਂਡ 2 it is clear that the circle encloses more area than the square, ठीक है। आ गया साडा फाइनल जवाब। ਹੁਣ आ गया क्वेश्चन नंबर 10। A garden is 120 meter long, a garden 120 meter long and 85 meter broad, 85 meter broad. There is a circular pit, pit ਦਾ ਮਤਲਬ ਹੁੰਦਾ ਟੋਆ, ਇੱਕ ਗੋਲਾਕਾਰ ਟੋਆ ਹੈਗਾ, ਇਹ ਟੋਆ ਪਾਤਾ ਮੈਂ ਗੋਲਾਕਾਰ, of diameter 14 meter। डायमीटर जो 14 मीटर होएगा बच्चों डायमीटर, तो रेडियस कितना हो जाएगा अद्धा हो जाएगा 7 मीटर में, तो 7 लिखे इस करके यह रेडियस है। डायमीटर 14 है, 14 डायमीटर होंगे इत्थों दी लैके पूरा दूजे इत्थे सिरे तक सेंटर चो जाके, तेरा अद्धा कर दो तो रेडियस आ जाता है। सो 14 का अद्धा 7 हो गया, ठीक है। कहते फाइंड दी कॉस्ट ऑफ प्लांटिंग, प्लांटिंग मैंने बूटे लाने ने गार्डन दे विच, रिमेनिंग पार्ट ऑफ द गार्डन एट द रेट ऑफ 5.5 रुपीज़ 5.5 पर स्क्वेयर मीटर। कहते प्रति स्क्वेयर मीटर ਦੇ ਏਰੀਏ ਦੇ ਹਿਸਾਬ ਨਾਲ 5 ਰੁਪਏ 50 ਪੈਸੇ ਜੇ ਲੱਗਦੇ ਹੋਣ ਤੇ ਟੋਏ ਨੂੰ ਛੱਡ ਕੇ ਬਾਕੀ ਦੇ ਗਾਰਡਨ ਵਿੱਚ ਜੇ ਬੂਟੇ ਲਾਣੇ ਹਨ ਤੇ ਦੱਸੋ ਕਿੰਨਾ ਖਰਚਾ ਆਏਗਾ। ਹੁਣ ਬੱਚੋ ਦੇਖੋ ਬੜਾ ਸੌਖਾ ਸਵਾਲ ਹੈ, ਇਹ ਪਹਿਲੇ ਵੀ ਕੀਤੇ ਨੇ। ਇਹ ਗਾਰਡਨ ਹੈਗਾ, ਇਹਦਾ ਮਤਲਬ ਇਹ ਦੇਖੋ ਮਿੱਟੀ ਪਈ ਹੈ ਪੀਲੇ ਰੰਗ ਦੀ, ਇਹ ਟੋਆ ਹੈਗਾ ਤੇ ਐਵੇਂ ਇਹਨੂੰ ਹਰਾ ਰੰਗ ਕਰਤਾ ਜਿੱਥੇ ਅਸੀਂ ਬੂਟੇ ਲਾਣੇ ਨੇ, ਸਾਰੇ ਵੱਖ-ਵੱਖ ਬੂਟੇ ਲਾਣੇ ਨੇ, ਠੀਕ ਹੈ। ਇਹਨੂੰ ਪਲਾਂਟਿੰਗ ਕਰਨੀ ਹੈ। ਇਹਦਾ ਮਤਲਬ ਹੈ ਕਿ ਇਹਦਾ ਅਸੀਂ ਕੋਸਟ ਲੱਭਣੀ ਹੈ। ਇਹਦਾ ਮਤਲਬ ਕਿ ਪਹਿਲੇ ਅਸੀਂ ਪੂਰੇ ਰੈਕਟੈਂਗਲ ਦਾ ਏਰੀਆ ਕੱਢਾਂਗੇ, ਫਿਰ ਅਸੀਂ ਇਸ ਟੋਏ ਦਾ ਏਰੀਆ ਕੱਢਾਂਗੇ ਸਰਕਲ ਦਾ, ਤੇ ਪੂਰੇ ਏਰੀਏ ਦੇ ਵਿੱਚੋਂ ਰੈਕਟੈਂਗਲ ਦੇ ਏਰੀਏ ਦੇ ਵਿੱਚੋਂ ਗਾਰਡਨ ਦੇ ਏਰੀਏ ਦੇ ਵਿੱਚੋਂ ਇਹ ਟੋਏ ਦਾ ਏਰੀਆ ਮਾਈਨਸ ਕਰ ਦਾਂਗੇ ਤੇ ਸਾਡੇ ਕੋਲ ਫਿਰ ਹਰੇ ਪਾਰਟ ਦਾ ਜਿਹੜਾ ਹਰਾ ਰੰਗ ਹੈ ਇਹਦਾ ਏਰੀਆ ਆ ਜਾਏਗਾ। ਉਹਨੂੰ ਫਿਰ ਅਸੀਂ 5 ਗੁਣਾ 5.5 ਦੇ ਨਾਲ 5 ਰੁਪਏ 50 ਪੈਸੇ ਨਾਲ ਗੁਣਾ ਕਰ ਦਾਂਗੇ ਤੇ ਉਹਦੀ ਕਾਸਟ ਆ ਜਾਏਗੀ, ਠੀਕ ਹੈ। आओ देखिए, गार्डन्स लेंथ 120 मीटर, ब्रेड्थ 85 मीटर, ठीक है जी। एरिया ऑफ द गार्डन लेंथ इंटू ब्रेड्थ, रैक्टेंगल दी एरिया ही होंगे लेंथ इंटू ब्रेड्थ, इज इक्वल टू 120 इंटू 85, दोनों गुणा करता, इज इक्वल टू 10,200 मीटर स्क्वायर। यह आ गया पूरे गार्डन का एरिया सर्कल नू टोए नू लैके विचे। फिर रेडियस ऑफ द सर्कुलर पिट, देखो 14/2 14/2 7 मीटर आ गया। एरिया ऑफ द सर्कुलर पिट इज इक्वल टू पाई आर स्क्वायर इज इक्वल टू 22/7 ਤੇ r ਦੋ ਵਾਰ ਲਿਖਾਂਗੇ 7 ਗੁਣਾ 7, ਇੱਕ 7 ਨਾਲ 7 ਕੱਟ ਗਿਆ ਤੇ 22 ਗੁਣਾ 7 ਇਜ਼ ਇਕੁਅਲ ਟੂ 154 ਮੀਟਰ ਸਕੁਆਇਰ, ਠੀਕ ਹੈ ਜੀ।
ਇਹ ਆ ਗਿਆ ਸਰਕੂਲਰ ਪਿਟ ਦਾ ਏਰੀਆ। ਹੁਣ ਏਰੀਆ ਆਫ ਦੀ ਰਿਮੇਨਿੰਗ ਪਾਰਟ ਆਫ ਦੀ ਗਾਰਡਨ ਟੋਏ ਨੂੰ ਛੱਡ ਕੇ ਇਜ਼ ਇਕੁਅਲ ਟੂ ਏਰੀਆ ਆਫ ਦੀ ਗਾਰਡਨ ਮਾਈਨਸ ਏਰੀਆ ਆਫ ਦੀ ਸਰਕੂਲਰ ਪਿਟ। ਸੋ ਏਰੀਆ ਆਫ ਦਾ ਗਾਰਡਨ 10,200 pit minus 154 is equal to 10,046 मीटर स्क्वायर। 10,046 मीटर स्क्वायर का एरिया आ गया टोए नू छड्ड के उस गार्डन का। फिर कॉस्ट ऑफ प्लांटिंग 1 मीटर स्क्वायर, 1 मीटर स्क्वायर नू जे बूटे लाने ने कितना खर्चा आंदा है 5 रुपये 50 पैसे। दस कॉस्ट ऑफ प्लांटिंग 10,046 मीटर स्क्वायर, 10,046 इंटू 5.5 जिले गुणा किया यह दोनों नू ते आ गया ₹55,253 अर्थात 55,253 रुपये उस पूरे गार्डन दे विच बूटे लाने का खर्चा आएगा। ठीक है बच्चों, इस तरह सवाल करने ने स्टैप बाय स्टैप। पर प्यारे विद्यार्थियों तुहानू पूरा सवाल करके दस दिता है, पर जब तक तुसी अपने आप नहीं करोगे तदों तक तुहानू यह सवाल समझ नहीं आएगा। सो यह सारे सवालों नू तुसी प्यारे विद्यार्थियों अपने आप करना है। ਹੁਣ देखिए क्वेश्चन नंबर 11 इन दी फिगर कहते फिगर दी हुई है। देखो पी क्यू इज इक्वल टू क्यू आर, ए पी क्यू है ए क्यू आर के बराबर है एंड पी आर इज इक्वल टू 56। पी आर जो है 56 है। यदा मतलब क्यू की हो गया पी आर का मिड पॉइंट हो गया। यदा मतलब पी क्यू के बराबर क्यू आर जोड़ा है वो 56 का अद्धा हो जाएगा। ठीक है, मैं नाल अगे करांगा तुहानू दसी जा रहा नाल। दी रेडियस ऑफ इंस्क्राइब्ड सर्कल, इंस्क्राइब्ड मैंने जोड़ा विचकार बनाया हुआ है मतलब कि पूरे खेतर वो वाला बनाया है इंस्क्राइब्ड सर्कल है वाला। ये 7 सेंटीमीटर यदा जोड़ा रेडियस है वो 7 सेंटीमीटर है लाल बिंदु तो लैके नीली लाइन तक। ठीक है, क्यू इज सेंटर ऑफ सैमी सर्कल, क्यू जोड़ा है यह सैमी सर्कल है अर्ध चक्कर सैमी सर्कल का सेंटर है। वट इज द एरिया ऑफ द शेडिड रीजन, शेडिड है शेड किया जो लाइना पाई हुई लाल रंग दी गुलाबी रंग दियाँ। ठीक है, हुण बच्चों देखो बड़ा कमाल की चीज़ है। ये चुन असीं 3-3 एरिए बाहर कढ़ने ने माइनस करने ने। यदा मतलब की है कि असीं पहले पूरे सैमी सर्कल का एरिया कढ़ांगे, पूरे सैमी सर्कल का यह कढ़ांगे, फिर असीं इस सैमी सर्कल का एरिया कढ़ांगे, उन्होंने दो नाल गुणा कर देंगे क्योंकि दोनों सैमी सर्कल एक दूजे के बराबर ने। सो यदा मतलब यह होया कि दो सैमी सर्कल जिहड़े ने इन्हां दा एरिया भी मैं लवांगा, इन्हां नूं मैं गुणा दोनों नूं जोड़ दांगा तो फिर यह सर्कल इंस्क्राइब्ड सर्कल है यदा एरिया भी लवांगा। तो फिर मैं की करांगा इस पूरे सैमी सर्कल दे विचों मैं ए वाले सैमी सर्कल का एरिया घटावांगा, यह सैमी सर्कल का एरिया घटावांगा तो पूरे सर्कल का एरिया घटावांगा तो फिर मेरे को एरिया आ जाएगा ऑफ द शेडिड रीजन। ठीक है बच्चों, जे च शेड की हुई है लाल रंग की शेडां पाई हुई लाइना पाई हुई हैं। ठीक है, सो गिवन दिता की होया पी आर इज इक्वल टू 56 सेंटीमीटर इज इक्वल टू डायमीटर। पी आर 56 सेंटीमीटर यह डायमीटर है यदा। सो पी क्यू इज इक्वल टू क्यू आर, क्यों क्यू सेंटर है। सो पी क्यू इज इक्वल टू क्यू आर इज इक्वल टू आर, वड्डे सैमी सर्कल के रेडियस नूं मैं वड्डा आर ले लिया इज इक्वल टू 56/2। इन्हूं 56 नाल भाग करता तो कितना आ गया इज इक्वल टू 28 सेंटीमीटर इज इक्वल टू रेडियस ऑफ द लार्जर सैमी सर्कल। सैमी सर्कल का साढ़े कोल की आ गया बच्चों रेडियस आ गया। आल्सो पी क्यू इज इक्वल टू पी आर, पी क्यू इज इक्वल टू क्यू आर इज इक्वल टू 28 सेंटीमीटर तो किहदे बराबर है इज इक्वल टू डायमीटर ऑफ स्मॉलर सैमी सर्कल्स। जिहड़ा बच्चों क्यू आर है या पी क्यू है ए वाले सैमी सर्कल का रेडियस है, पर पी क्यू जिहड़ा है ए वाले सैमी सर्कल का छोटे का डायमीटर है तो क्यू आर जिहड़ा है ए वाले सैमी सर्कल का डायमीटर है। पर पी क्यू बराबर क्यू आर है इहदा मतलब दोनों सैमी सर्कल एक दूजे के कॉन्गरूएंट है ने, एक दूजे के बराबर ने, दोनों का एरिया बराबर है ए चिट्टे वाले का ते ए चिट्टे वाले का। ठीक है, देयरफॉर रेडियस ऑफ स्मॉलर सैमी सर्कल्स दोनों का इज इक्वल टू छोटा आर इज इक्वल टू 28/2 इज इक्वल टू 14 सेंटीमीटर। यदा मतलब की है बच्चों की ए क्यू आर रेडियस है वड्डे सैमी सर्कल का 28 सेंटीमीटर तो जिहड़ा ए है इत्थों दी लैके इत्थे तक या इत्थों लैके इत्थे तक या इत्थों लैके इत्थे तक या इत्थों लैके इत्थे तक है 14 सेंटीमीटर छोटे सैमी सर्कल का रेडियस। द रेडियस ऑफ इंस्क्राइब्ड सर्कल इज इक्वल टू 7 सेंटीमीटर तो यह जोड़ा है सर्कल यदा 7 सेंटीमीटर तो सानू दिता ही होया। ठीक है, आओ हुण बच्चों
ਇਹ 28 ਵਾਲੇ ਨਾਲ ਲੈ ਕੇ ਵੱਡੇ ਦਾ ਕੈਲਕੂਲੇਟ ਕਰਾਂਗੇ, 14 ਦਾ ਲੈ ਕੇ ਇਹਦਾ ਕੈਲਕੂਲੇਟ ਕਰਾਂਗੇ ਤੇ ਫਿਰ 7 ਵਾਲੇ ਦਾ ਕੈਲਕੂਲੇਟ ਕਰਾਂਗੇ ਵੱਖਰਾ ਵੱਖਰੇ ਏਰੀਏ। ਇਹ ਦੇਖੋ ਮੈਂ ਡਾਇਗਰਾਮ ਫਿਰ ਇੱਥੇ ਤੁਹਾਡੇ ਪੇਸ਼ ਕਰ ਦਿੱਤਾ ਹੈ। ਨਾਓ ਏਰੀਆ ਆਫ ਦੀ ਲਾਰਜਰ ਸੈਮੀ ਸਰਕਲ ਇਜ਼ ਇਕੁਅਲ ਟੂ 1/2 ਪਾਈ ਆਰ ਸਕੁਆਇਰ। 1/2 ਕਿਵੇਂ ਬੱਚਿਓ? ਕਿਉਂਕਿ ਇਹ ਸੈਮੀ ਸਰਕਲ ਹੈ, ਸਰਕਲ ਦਾ ਅੱਧਾ ਹੈ, ਇਸ ਕਰਕੇ ਪਾਈ ਆਰ ਸਕੁਆਇਰ ਨਹੀਂ ਲਿਖਾਂਗੇ, 1/2 ਪਾਈ ਆਰ ਸਕੁਆਇਰ ਲਿਖਾਂਗੇ ਕਿਉਂਕਿ ਇਹ ਅੱਧਾ ਏਰੀਆ ਹੈ, ਠੀਕ ਹੈ, ਅੱਧੀ ਰੋਟੀ ਹੈ। ਸੋ 1/2, 1/2 ਥੱਲੇ ਆ ਗਿਆ, 22/7 ਪਾਈ ਹੈਗਾ ਤੇ ਆਰ ਕਿੰਨਾ ਸੀ? 28 ਸੈਂਟੀਮੀਟਰ ਅਸੀਂ ਪਤਾ ਲਗਾਇਆ ਸੀ। ਸੋ 28 ਗੁਣਾ 28, ਸੋ ਇਹ 2 7 ਗੁਣਾ 2 14, 14 दूना 28, ठीक है जी, 7 दूनी 14, 14 दूना 28, सो 22 गुणा 2 गुणा 28, 22 गुणा 2 गुणा 28 आ गया 1230 सेंटीमीटर स्क्वायर पूरे सैमी सर्कल का सब नूं मिला के 1232 सेंटीमीटर स्क्वायर। फिर आ गया एरिया ऑफ दी 2 स्मॉलर सैमी सर्कल्स, 2 सैमी सर्कल जिहड़े छोटे ने उन्हां दा, क्योंकि 2 ने दोनों बराबर ने, 2 नाल गुणा करता, 2 नाल गुणा करता ਤੇ 1/2 ਕਿਉਂ ਕੀਤਾ? ਕਿਉਂਕਿ ਸੈਮੀ ਸਰਕਲ ਹੈਗਾ। ਸੋ ਪਾਈ ਆਰ ਸਕੁਆਇਰ, ਆਰ ਛੋਟਾ ਆਰ ਲੈ ਲਿਆ, 2 ਦੇ ਨਾਲ 2 ਪਹਿਲਾਂ ਹੀ ਕੱਟ ਗਿਆ, ਇਹ ਤੇ ਇੱਥੇ ਹੀ ਕੱਟ ਗਿਆ 2 ਦੇ ਨਾਲ 2, ਠੀਕ ਹੈ। ਸੋ ਪਾਈ 22/7 ਗੁਣਾ ਆਰ ਹੈਗਾ 14, 14 ਗੁਣਾ 14, 7 दूनी 14, ਸੋ ਇਹ ਹੋ ਗਿਆ 22 ਗੁਣਾ 2 ਗੁਣਾ 14 ਇਜ਼ ਇਕੁਅਲ ਟੂ 616 ਸੈਂਟੀਮੀਟਰ ਸਕੁਆਇਰ, ਠੀਕ ਹੈ ਜੀ, ਇੰਨਾ ਆ ਗਿਆ। ਫਿਰ ਕਹਿੰਦੇ ਏਰੀਆ ਇਨਸਕ੍ਰਾਈਬਡ ਸਰਕਲ ਇਜ਼ ਇਕੁਅਲ ਟੂ ਪਾਈ 7 ਸਕੁਆਇਰ, ਇਹ 7 ਸੈਂਟੀਮੀਟਰ ਹੈਗਾ, 7 ਸੈਂਟੀਮੀਟਰ इंस्क्राइब्ड सर्कल पाई 7 स्क्वायर इज इक्वल टू 22/7, एक 7 ना एक 7 कट गया, सो 22 गुणा 7 इज इक्वल टू 154 सेंटीमीटर स्क्वायर, ठीक है। नाउ एरिया ऑफ द शेडेड रीजन, एरिया ऑफ द शेडेड रीजन इज इक्वल टू एरिया ऑफ द लार्जर सेमी सर्कल, पूरा एरिया ले लिया लार्जर सेमी सर्कल, माइनस फिर ब्रैकेट पाता क्योंकि जिहड़ी चीज़ माइनस करनी वो ज़्यादा हैगी है, एरिया ऑफ द 2 स्मॉलर सेमी सर्कल्स, ਇਹਦਾ ਏਰੀਆ ਇਹਦਾ ਏਰੀਆ, ਇਹ ਦੋਨਾਂ ਨੂੰ ਜੋੜ ਕੇ ਜਿਹੜਾ ਆਇਆ ਸਾਡੇ ਕੋਲ 616, ਠੀਕ ਹੈ। ਤੇ ਫਿਰ ਕੀ ਹੈਗਾ ਜਮਾ ਏਰੀਆ ਆਫ ਦੀ ਇਨਸਕ੍ਰਾਈਬਡ ਸਰਕਲ, ਇਹ ਵਾਲਾ ਸਰਕਲ ਇਹਦਾ ਏਰੀਆ ਵੀ। ਹੁਣ ਬੱਚੋ ਏਰੀਆ ਆਫ ਦਾ ਏਰੀਆ ਆਫ ਦੀ ਜਿਹੜਾ ਲਾਰਜਰ ਸੈਮੀ ਸਰਕਲ ਕਿੰਨਾ ਆਇਆ ਸੀ? 1232, ਸੋ 1232 ਮਾਈਨਸ ਬ੍ਰੈਕਟ ਪਾਤਾ, ਇਹ ਦੋਨੋਂ ਸੈਮੀ ਸਰਕਲ ਜਿਹੜੇ ਛੋਟੇ ਨੇ ਇਹਨਾਂ ਦਾ ਏਰੀਆ ਕਿੰਨਾ ਆਇਆ? 616 ਤੇ ਜਮਾ ਇਹ ਜਿਹੜਾ ਇਨਸਕ੍ਰਾਈਬਡ ਸਰਕਲ ਹੈਗਾ ਇਹਦਾ ਕਿੰਨਾ ਆਇਆ? 154, ਜਮਾ 154। ਸੋ ਜਦੋਂ ਇਹਨੂੰ ਇਹਦੇ ਨਾਲ ਜੋੜਿਆ ਤੇ ਇਹਦੇ ਵਿੱਚੋਂ ਮਾਈਨਸ ਕੀਤਾ, ਸਾਡਾ ਆਨਸਰ ਆ ਗਿਆ 462 ਸੈਂਟੀਮੀਟਰ ਸਕੁਆਇਰ। ਸੋ ਇਹ ਸਾਡਾ ਏਰੀਆ ਆ ਗਿਆ ਬੱਚਿਓ, ਏਰੀਆ ਆਫ ਦੀ ਸ਼ੇਡਡ ਰੀਜਨ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਵਾਲ 9, 10 ਤੇ 11। ਮੇਰੇ ਖਿਆਲ 2 ਸਵਾਲ ਹੋਰ ਬਚੇ ਨੇ, ਉਹ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।